ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨੀਤਾ, ਹਿਤ ਲਾਗੋ ਸਭ ਫਨ ਕਾ। आगे को किश तुल्हा बांधो, क्या परवासा धन का। कहा बेसासा इस भांडे का, इत नक लागे ठन का। तुम्हारी शरण तुम्हारी आशा, तुम ही सजन सुहेले। राखो राखन हार दयाला, नानक करके गोले। सतनाम धन वाहिगुरु साहिब जियो। श्री राग महला पंजवा। घर दूजा कोयल आया कोयली, क्या तिस डंफ पसार। मोहलत पुन्नी चलना, तू सम्मल कर बार। हर गुण गाओ मना, सतगुर सेव प्यार। क्या थोड़ी बात गुमान रहा। वाहिगुरु जी का खालसा, वाहिगुरु जी की फतेह। हाजरा हजूर सर्ब कला भरपूर शब्द गुरु धन धन श्री गुरु ग्रंथ साहिब जी। तिन्हां दी पावन हजूरी अंदर गुरुद्वारा साहिब श्री गुरु सिंह सभा मिठापुर जलंधर विखे अमृत वेले दियां हाजरियां लवा रहे गुरु प्यारिओ। मालक ने रहमत कीती। इस तो पहला सत्कारयोग भाई साहब पासों सुखमनी साहब बाणी दे जाप दे नाल जुड़ रहे सां। आओ अपनी रसना नूं पवित्र करदे होए, जीवन दे विच लाहा खटदे होए, श्री राग बाणी दी विचार दे नाल जुड़न तो पहला अपनी रसना नूं पवित्र करदे होए उचारण करो जी। सतनाम श्री वाहिगुरु साहिब जीओ। सतनाम श्री वाहिगुरु साहिब जीओ। पंजवें गुरुदेव गुरु अर्जन साहिब जी ने अज दे इस 92 नंबर शब्द विच रहमत करदियां होयां सानू समझाउण दा यतन कीता। कहंदे हर गुण गाओ मना, सतगुर सेव प्यार। हे मेरे मना, उस मालक दी भगती दे नाल जुड़, उस मालक दी बाणी दे नाल जुड़ना कर, गुरु नूं जप। ते नाल ही एक होर शब्द वरतिया
ਕਹਿੰਦੇ ਤੂੰ ਜੀਵਨ ਵਿੱਚ ਮਾਲਕ ਨੂੰ ਜਪਦਾ ਹੋਏਗਾ, ਜੀਵਨ ਵਿੱਚ ਧਰਮ ਦੇ ਕਰਮ ਕਰਦਾ ਹੋਏਗਾ, ਆਪਣਾ ਜੀਵਨ ਗੁਜ਼ਾਰਦਾ ਹੋਏਗਾ, ਪਰ ਯਾਦ ਰੱਖੀ ਦਾਨ ਕਰਦਾ ਹੋਇਆ, ਭਗਤੀ ਕਰਦਾ ਹੋਇਆ, ਸੱਚ ਦੇ ਰਸਤੇ ਤੇ ਚੱਲਦਾ ਹੋਇਆ, ਕਈ ਵਾਰ ਅੰਦਰ ਹੰਕਾਰ ਆ ਜਾਂਦਾ ਹੈ, ਮਾਨ ਆ ਜਾਂਦਾ ਹੈ ਵੀ ਆਹ ਕੰਮ ਮੈਂ ਕੀਤਾ ਹੈ। ਕਹਿੰਦੇ ਸੱਚ ਦੇ ਰਸਤੇ ਤੇ ਚੱਲਣਾ ਤੇ ਹੈ, ਸੇਵਾ ਕਰਨੀ ਹੈ, ਨਾਮ ਜਪਣਾ ਹੈ, ਭਗਤੀ ਕਰਨੀ ਹੈ, ਪਰ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਸਮਝਾ ਦਿੱਤਾ, ਕਹਿੰਦੇ ਕਿਆ ਥੋੜੀ ਬਾਤ ਗੁਮਾਨ, ਤੂੰ ਥੋੜੀ ਜੀ ਗੱਲ ਪਿੱਛੇ ਮਾਨ ਕਰਦਾ ਹੈ। ਇਸ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਗੁਰੂ ਜੀ ਕਹਿੰਦੇ ਜੇ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਦੀ ਗੱਲ ਕਰੀਏ, ਉਹ ਆਪਣੇ ਫਰਜ਼ਾਂ ਨੂੰ ਨਿਭਾਉਂਦਾ ਹੈ। ਸਮੇਂ-ਸਮੇਂ ਤੇ ਕਈ ਵਾਰ ਜੇਕਰ ਰੱਬ ਦੇ ਨਾਮ ਤੋਂ ਟੁੱਟ ਜਾਏ ਤੇ ਅੰਦਰ ਮਾਨ ਪੈਦਾ ਹੋ ਜਾਂਦਾ ਹੈ, ਹੰਕਾਰ ਆ ਜਾਂਦਾ ਹੈ ਵੀ ਆਹ ਤੇ ਮੈਂ ਕੀਤਾ ਹੈ। ਨਿੱਕੀ ਨਿੱਕੀ ਗੱਲ ਤੇ ਮਾਣ ਕਰ ਰਿਹਾ ਹੈ। ਗੁਰੂ ਜੀ ਕਹਿੰਦੇ ਉਸ ਮਾਣ ਕੀਤੇ ਹੋਏ ਦਾ, ਉਸ ਧਨ ਦੌਲਤ ਦਾ, ਉਸ ਕੀਤੀ ਹੋਈ ਸੇਵਾ ਦਾ, ਜਪੇ ਹੋਏ ਨਾਮ ਦਾ ਤਦ ਕੋਈ ਲਾਭ ਨਹੀਂ ਹੈ ਜੇ ਤੇ ਤੂੰ ਹੰਕਾਰ ਕਰਕੇ ਬੈਠ ਗਿਆ, ਮਾਣ ਕਰਕੇ ਬੈਠ ਗਿਆ। ਨਾਲ ਮਾਲਕ ਨੇ ਰਹਿਮਤ ਕਰਦਿਆਂ ਹੋਇਆ, ਜਦੋਂ ਅਸੀਂ ਬਚਨ ਪੜ੍ਹਦੇ ਹਾਂ ਬਾਣੀ ਦੇ, ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜਿਉ ਜਾਣ, ਇੱਕ ਸੁੱਤਾ ਹੋਇਆ ਮਨੁੱਖ ਸੁਪਨੇ ਦੇ ਵਿੱਚ ਰਾਜਾ ਬਣ ਜਾਏ, ਸੁਪਨੇ ਦੇ ਵਿੱਚ ਸਾਰੀ ਸੰਸਾਰ ਦਾ, ਸ੍ਰਿਸ਼ਟੀ ਦਾ ਮਾਲਕ ਬਣ ਜਾਵੇ, ਉਹ ਉੱਠਦਿਆਂ ਨਾਲ ਕਦੇ ਹੰਕਾਰ ਨਹੀਂ ਕਰਦਾ। ਕਿਉਂ? ਮਾਨ ਨਹੀਂ ਕਰਦਾ। ਉਹਨੂੰ ਪਤਾ ਹੈ ਵੀ ਜੋ ਕੁਝ ਵੀ ਬਣਿਆ ਹੈ ਨਾ, ਉਹ ਸੁਪਨੇ ਦੇ ਵਿੱਚ ਬਣਿਆ ਤੇ ਸੁਪਨਾ ਕਦੇ ਵੀ ਸੱਚ ਨਹੀਂ ਹੋਇਆ ਕਰਦਾ, ਉਹ ਤੇ ਸੁੱਤਿਆਂ ਸੁਪਨਾ ਆਇਆ। ਜਦੋਂ ਮੈਂ ਸਵੇਰੇ ਉੱਠਿਆ ਤੇ ਵੇਖਿਆ ਉਹ ਤੇ ਸੁਪਨਾ ਸੀ, ਜੋ ਕੋਈ ਰਾਜ ਭਾਗ ਵੇਖਿਆ ਮੈਨੂੰ ਤੇ ਨਜ਼ਰ ਨਹੀਂ ਆਇਆ। ਮਾਲਕ ਜੀ ਕਹਿੰਦੇ ਸੁਪਨੇ ਦੇ ਵਿੱਚ ਰਾਜਾ ਬਣਿਆ, ਭਿਖਾਰੀ ਬਣਿਆ, ਜਦੋਂ ਉੱਠ ਕੇ ਵੇਖਿਆ ਤੇ ਉਹ ਸਾਰਾ ਕੁਝ ਨਾਸ਼ ਹੋਣ ਵਾਲਾ ਸੀ, ਕੋਈ ਰਾਜ ਭਾਗ ਨਜ਼ਰ ਨਹੀਂ ਆਇਆ। ਫਿਰ ਪਤਾ ਲੱਗਿਆ ਵੀ ਸੁਪਨਾ ਤੇ ਸੱਚ ਨਹੀਂ ਸੀ। ਮਾਲਕ ਜੀ ਕਹਿੰਦੇ ਤੇਰਾ ਕੀਤਾ ਹੋਇਆ ਝੂਠਾ ਮਾਨ, ਤੇਰਾ ਕੀਤਾ ਹੋਇਆ ਹੰਕਾਰ ਮਨੁੱਖਾ, ਉਸ ਸੁਪਨੇ ਦੀ ਨਿਆਈ ਹੈ, ਉਸ ਸੁਪਨੇ ਦੇ ਵਾਂਗ ਹੈ ਜਿਹੜਾ ਇਨਸਾਨ ਕਈ ਵਾਰ ਸੁੱਤੇ ਹੋਏ ਵੇਖਦਾ ਪਰ ਉਹ ਬਹੁਤੀ ਵਾਰ ਪੂਰਾ ਨਹੀਂ ਹੁੰਦਾ। ਇਸੇ ਕਰਕੇ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜਿਉ ਜਾਣ, ਗੱਲ ਗੱਲ ਤੇ ਝੂਠਾ ਮਾਨ ਕਰਨ ਵਾਲਿਆ ਸੰਸਾਰ ਝੂਠਾ, ਇਸ ਜਗ ਨੂੰ ਅਸਲੀਅਤ ਸੱਚ ਨਾ ਮੰਨ ਲਵੀਂ। ਗੁਰੂ ਅਰਜਨ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਨ ਲੱਗੇ। ਜਦੋਂ ਸੰਸਾਰ ਸੁਪਨਾ ਮਾਨ ਨਹੀਂ ਕਰਨਾ, ਫਿਰ ਕਹਿੰਦੇ ਪਿਆਰਿਆ ਉਸ ਮਾਲਕ ਦੀ ਬਾਣੀ ਦੇ ਨਾਲ ਜੁੜ, ਉਸ ਮਾਲਕ ਦੇ ਗੁਣਾਂ ਨੂੰ ਗਾ, ਸਤਿਗੁਰ ਸੇਵ ਪਿਆਰ। ਗੁਰੂ ਦੀ ਸੇਵਾ ਕਰ, ਗੁਰੂ ਦੇ ਨਾਲ ਪਿਆਰ ਬਣਾ। ਜ਼ਿੰਦਗੀ ਤੇਰੇ ਕੋਲ ਬਹੁਤ ਥੋੜੀ ਹੈ। ਪੁੱਛਣ ਲੱਗਿਆ ਗੁਰੂ ਪਾਤਸ਼ਾਹ ਜੀ ਕਿਸ ਤਰ੍ਹਾਂ? ਕਹਿੰਦੇ ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਮਲ ਘਰ ਬਾਰ। ਔੜ ਦੇ ਸਮੇਂ ਵਿੱਚ ਇੱਕ ਪਸ਼ੂਆਂ ਨੂੰ ਚਾਰਨ ਵਾਲਾ ਗੁੱਜਰ, ਜਿਸ ਨੂੰ ਕੁਝ ਨਹੀਂ ਮਿਲਿਆ ਤੇ ਉਹ ਪਸ਼ੂਆਂ ਨੂੰ ਚਾਰੇ ਵਾਲੀ ਜਗ੍ਹਾ ਤੇ ਲੈ ਕੇ ਆ ਗਿਆ। ਫਿਰ ਉਹਨੇ ਕੀ ਦੇਖਿਆ? ਆਪਣੇ ਖਿਲਾਰੇ ਨੂੰ, ਪਸਾਰੇ ਨੂੰ ਬਹੁਤਾ ਖਿਲਾਰਿਆ ਨਹੀਂ। ਕਿਉਂ? ਜਿੰਨੇ ਕੁ ਚਿਰ ਦਾ ਚਾਰਾ ਹੈ ਇਹਨਾਂ ਪਸ਼ੂਆਂ ਨੇ ਚਰ ਲੈਣਾ ਤੇ ਮੈਂ ਇਸ ਤੋਂ ਅਗਲੀ ਜਗ੍ਹਾ ਤੇ ਚਲੇ ਜਾਣਾ ਹੈ। ਇਹ ਮੇਰਾ ਕੋਈ ਪੱਕਾ ਟਿਕਾਣਾ ਨਹੀਂ। ਜਿਸ ਜਗ੍ਹਾ ਤੇ ਮੈਂ ਪਸ਼ੂਆਂ ਨੂੰ ਚਰਾਉਣ ਵਾਸਤੇ ਆਇਆ, ਇਹ ਕੋਈ ਮੇਰਾ ਪੱਕਾ ਟਿਕਾਣਾ ਤੇ ਨਹੀਂ ਹੈ ਨਾ, ਮੈਂ ਤੇ ਕੁਝ ਸਮੇਂ ਵਾਸਤੇ ਆਇਆ। ਗੁਰੂ ਪਾਤਸ਼ਾਹ ਜੀ ਸਾਨੂੰ ਜੀਵਨ ਦੀਆਂ ਉਦਾਹਰਨਾਂ ਦਿੰਦੇ ਨੇ। ਕਹਿੰਦੇ ਪਿਆਰਿਆ ਦੁਨੀਆ ਦੇ ਰੰਗਾਂ ਵਿੱਚ ਇਸ ਤਰ੍ਹਾਂ ਤੂੰ ਰੰਗਿਆ ਗਿਆ,
ਮਾਇਆ ਦੇ ਪਸਾਰੇ ਵਿੱਚ ਆਪਣੇ ਜੀਵਨ ਦੇ ਖਿਲਾਰੇ ਨੂੰ ਇਸ ਤਰ੍ਹਾਂ ਖਿਲਾਰ ਲਿਆ ਤੇ ਤੈਨੂੰ ਸਮਝ ਨਹੀਂ ਆਈ। ਇੱਕ ਗੁੱਜਰ ਤੋਂ ਸਿੱਖਿਆ ਲੈ, ਇੱਕ ਪਸ਼ੂ ਚਾਰਨ ਵਾਲੇ ਤੋਂ ਸਿੱਖਿਆ ਲੈ। ਤੂੰ ਵੀ ਜੀਵਨ ਦੇ ਵਿੱਚ ਬਹੁਤ ਥੋੜੇ ਸਮੇਂ ਵਾਸਤੇ ਆਇਆ। ਜਿਸ ਤਰ੍ਹਾਂ ਇੱਕ ਸਰਾਂ ਦੇ ਵਿੱਚ ਰਹਿਣ ਵਾਲਾ ਇਨਸਾਨ, ਮੁਸਾਫਰਖਾਨੇ ਦੇ ਵਿੱਚ ਰਹਿਣ ਵਾਲਾ ਵਿਅਕਤੀ, ਉਸ ਮੁਸਾਫਰਖਾਨੇ ਦੇ ਵਿੱਚ ਬਹੁਤਾ ਖਲਾਰਾ ਨਹੀਂ ਖਲਾਰਦਾ, ਬਹੁਤਾ ਪਸਾਰਾ ਨਹੀਂ ਵਿਖਾਉਂਦਾ। ਉਹ ਆਪਣੇ ਸਾਜੋ ਸਮਾਨ ਨੂੰ ਸਾਂਭ ਸਾਂਭ ਕੇ ਰੱਖਦਾ। ਕਿਉਂ? ਇੱਕ ਦੋ ਰਾਤਾਂ ਵਾਸਤੇ ਆਇਆ। ਇਹ ਜਿਹੜੇ ਕਮਰੇ ਦੀਆਂ ਚਾਬੀਆਂ ਨੇ ਨਾ, ਮੈਂ 2 ਕੁ ਰਾਤਾਂ ਵਾਸਤੇ ਲਈਆਂ ਨੇ। ਆਖਰ ਤੇ ਮੈਂ ਇਹਨਾਂ ਨੂੰ ਵਾਪਸ ਕਰਕੇ ਤੇ ਇੱਥੋਂ ਤੁਰ ਜਾਣਾ ਹੈ। ਜੇ ਮੈਂ ਬਹੁਤਾ ਖਲਾਰਾ ਖਲਾਰਦਾ ਤੇ ਮੈਨੂੰ ਆਪਣਾ ਸਮਾਨ ਇਕੱਠਾ ਕਰਨਾ ਔਖਾ ਹੋ ਜਾਏਗਾ। ਕਿਉਂ? ਕਿਉਂਕਿ ਮੈਨੂੰ ਇੱਕ ਮੋਹਲਤ ਮਿਲੀ ਹੋਈ ਹੈ। ਜਦੋਂ ਅਸੀਂ ਅਗਲੀ ਪੰਕਤੀ ਨੂੰ ਪੜ੍ਹਦੇ ਆ ਨਾ, ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਮੋਹਲਤ ਤੋਂ ਭਾਵ ਉਹ ਮਿਆਦ ਜਿਹੜੀ ਮਿੱਥੀ ਹੋਈ ਹੈ, ਉਹ ਮਿੱਥਿਆ ਹੋਇਆ ਸਮਾਂ। ਗੁਰੂ ਪਿਆਰਿਓ, ਦੁਨੀਆ ਦੇ ਵਿੱਚ ਮਿਆਦ ਦੀ ਬੜੀ ਕਦਰ ਹੈ, ਮਿੱਥੇ ਹੋਏ ਸਮੇਂ ਦੀ ਬੜੀ ਕਦਰ ਹੈ। ਕਿਸੇ ਵੀ ਸਮੇਂ ਦੀ ਗੱਲ ਕਰਕੇ ਵੇਖ ਲਈਏ, ਕਿਸੇ ਤੋਂ ਮਦਦ ਮੰਗੀ ਹੋਵੇ, ਮੈਨੂੰ 10 ਦਿਨਾਂ ਵਾਸਤੇ ਮਦਦ ਚਾਹੀਦੀ ਹੈ, ਤੇ ਉਹ ਇਨਸਾਨ ਤਰੀਕ ਤੱਕ ਯਾਦ ਰੱਖਦਾ ਹੈ। ਕਹਿੰਦਾ ਤੂੰ ਮੇਰੇ ਕੋਲ ਕਿੰਨੇ ਸਮੇਂ ਵਾਸਤੇ ਮਦਦ ਮੰਗ ਰਿਹਾ ਹੈ, ਤੇ ਆਖਦਾ ਮੈਨੂੰ ਇੰਨੀ ਤਰੀਕ ਤੱਕ ਚਾਹੀਦੀ ਹੈ, ਮੈਂ ਤੇਰੇ ਪੈਸੇ ਵਾਪਸ ਕਰ ਦਿਆਂਗਾ। ਉਹ ਮਿਆਦ ਦੀ ਤਰੀਕ ਯਾਦ ਰੱਖਦਾ ਹੈ, ਤਰੀਕ ਨੇੜੇ ਆਉਂਦਿਆਂ ਫੇਰ ਯਾਦ ਕਰਾਉਂਦਾ। ਸੱਜਣਾ, ਇੱਕ ਗੱਲ ਯਾਦ ਰੱਖੀ, ਤੇਰਾ ਸਮਾਂ ਨੇੜੇ ਆ ਰਿਹਾ, ਮੈਂ ਤੇਰੇ ਕੋਲ ਆ ਪੈਸੇ ਲੈਣੇ ਨੇ। ਪੈਸਿਆਂ ਦੀ ਗੱਲ ਤੱਕ ਨਹੀਂ, ਦੁਨੀਆ ਦਾ ਹਰ ਇੱਕ ਕੰਮ, ਬਹੁਤਾਤ ਐਸੇ ਕੰਮ ਨੇ ਜਿਹੜੇ ਮਿਆਦ ਦੇ ਉੱਤੇ ਖਲੋਤੇ ਹੋਏ ਨੇ, ਮੋਹਲਤ ਤੇ ਖਲੋਤੇ ਨੇ। ਇੱਕ ਤਰੀਕ ਨਿਸ਼ਚਿਤ ਕੀਤੀ ਹੈ। ਇੱਥੋਂ ਤੱਕ ਅਸੀਂ ਆਪਣੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਆਪਣੇ ਘਰਾਂ ਦੇ ਕਾਰੋਬਾਰ ਨਿਭਾਉਂਦਿਆਂ ਹੋਇਆਂ, ਬਹੁਤ ਐਸੇ ਦਿਨ ਨੇ ਜਿਹੜੇ ਆਪਣੇ ਹਿਸਾਬ ਦੇ ਨਾਲ ਉਹਨਾਂ ਦੀ ਮਿਆਦ ਪੱਕੀ ਕਰਦੇ ਆ। ਆਹ ਦਿਨ ਨੂੰ ਅਸੀਂ ਇਹ ਕੰਮ ਕਰਨਾ ਹੈ। ਕੋਈ ਖੁਸ਼ੀ ਦਾ ਵਕਤ ਹੈ, ਕੋਈ ਹੋਰ ਦੁਨੀਆ ਦੇ ਕੰਮ ਨੇ, ਅਸੀਂ ਇੱਕ ਆਮਦ, ਇੱਕ ਤਰੀਕ ਨੂੰ ਮਿੱਥਿਆ ਕਰਦੇ ਆ। ਗੁਰੂ ਜੀ ਰਹਿਮਤ ਕਰਨ ਲੱਗੇ, ਮੋਹਲਤ ਪੁੰਨੀ ਚੱਲਣਾ ਇੱਕ ਉਹ ਤਰੀਕ ਹੈ, ਇੱਕ ਉਹ ਮਿਆਦ ਹੈ ਜਿਹੜੀ ਤੂੰ ਨਹੀਂ ਮਿੱਥੀ ਹੋਈ। ਪਰ ਸੱਚ ਜਾਣੀ, ਤੈਨੂੰ ਉਸ ਮਿਆਦ ਦੇ ਮੁਤਾਬਕ ਚੱਲਣਾ ਪੈਣਾ ਹੈ। ਕਿੰਨੀ ਕਮਾਲ ਦੀ ਗੱਲ ਹੈ ਨਾ। ਇੱਕ ਤਰੀਕ ਅਸੀਂ ਮਿੱਥੀ ਹੋਵੇ, ਉਹਦੇ ਮੁਤਾਬਕ ਚੱਲਦੇ ਆ, ਆਪਣੀਆਂ ਤਿਆਰੀਆਂ ਕਰਦੇ ਆ, ਸਾਜੋ ਸਮਾਨ ਸਾਂਭਦੇ ਆ। ਇੱਕ ਉਹ ਤਰੀਕ ਹੈ ਜਿਸ ਨੂੰ ਅਸੀਂ ਮਿੱਥਿਆ ਵੀ ਕੋਈ ਨਹੀਂ, ਜਿਸ ਦਾ ਸਾਨੂੰ ਪਤਾ ਵੀ ਨਹੀਂ ਹੈ, ਯਾਦ ਵੀ ਨਹੀਂ ਹੈ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ-ਬਾਰ। ਉਸ ਮਿੱਥੀ ਹੋਈ ਤਰੀਕ ਦੇ ਮੁਤਾਬਕ ਤੈਨੂੰ ਸੰਸਾਰ ਤੋਂ ਜਾਣਾ ਪੈਣਾ। ਤੂੰ ਆਪਣੇ ਸਾਜੋ ਸਮਾਨ ਨੂੰ ਸਾਂਭ ਕੇ ਰੱਖ। ਇੱਕ ਆਮ ਜੀ ਉਦਾਹਰਣ, ਇੱਕ ਜਗ੍ਹਾ ਤੇ ਰਹਿੰਦਾ ਹੋਇਆ ਇਨਸਾਨ ਆਪਣਾ ਥਾਂ ਟਿਕਾਣਾ ਵੇਚ ਕੇ ਦੂਸਰੀ ਜਗ੍ਹਾ ਤੇ ਜਾਣਾ ਹੋਵੇ, ਉਹਨੇ ਇੱਕ ਦਿਨ ਪੱਕਾ ਕਰ ਲਿਆ। ਰਿਸ਼ਤੇਦਾਰ, ਇਲਾਕੇ ਵਾਲੇ ਸੱਜਣ ਇਕੱਤਰ ਹੋ ਕੇ ਉਹਨੂੰ ਤੋਰਨ ਆਏ। ਇਹਨੇ ਇਸ ਦਿਨ ਨੂੰ ਜਾਣਾ ਹੈ। ਉਸ ਦਿਨ ਨੂੰ ਇਕੱਠ ਹੋਇਆ, ਆਪਣਾ ਸਾਜੋ ਸਮਾਨ ਬੰਨਿਆ ਤੇ ਲੱਦ ਲਿਆ ਤੇ ਘਰ ਨੂੰ ਖਾਲੀ ਕਰਕੇ ਤੁਰ ਪਿਆ। ਮਿੱਥੀ ਹੋਈ ਤਰੀਕ ਸੀ ਨਾ, ਸਭਨਾਂ ਨੂੰ ਬੁਲਾਵਾ ਮਿਲ ਗਿਆ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ, ਇੱਕ ਐਸੀ ਤਰੀਕ ਹੈ, ਐਸਾ ਸਮਾਂ, ਉਹ ਮਿੱਥਿਆ ਤੇ ਹੋਇਆ, ਪਰ ਉਹ ਸਮਾਂ ਤੈਨੂੰ ਯਾਦ ਕੋਈ ਨਹੀਂ। ਬੋਲੋ ਜੀ ਸਤਨਾਮ। ਉਹ ਮਿੱਥਿਆ ਹੋਇਆ ਸਮਾਂ ਹੈ, ਪਰ ਉਹਦਾ ਤੈਨੂੰ ਪਤਾ ਨਹੀਂ। ਤੂੰ ਸੰਭਲ ਘਰ-ਬਾਰ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਮਿੱਥੇ ਹੋਏ ਸਮੇਂ ਨੂੰ, ਆਮਦ ਨੂੰ ਜਾਣਦਾ ਨਹੀਂ। ਕਹਿੰਦੇ ਮੈਂ ਆਦਮੀ ਹਾਂ, ਮੈਂ ਵਿਅਕਤੀ ਹਾਂ, ਇੱਕ ਸਵਾਸ ਦੀ ਰਾਸਤਾ ਵਾਲਾ। ਇੱਕ ਸਵਾਸ ਹੀ, ਇੱਕ ਦਮ ਹੀ ਹੈ ਮੇਰੇ ਕੋਲ। ਜੇ ਉਹ ਸਵਾਸ ਆ ਗਿਆ ਤੇ ਮੇਰੇ ਵਰਗਾ ਕੋਈ ਵੀ ਨਹੀਂ ਹੈ। ਜੇ ਉਹ ਸਵਾਸ ਨਹੀਂ ਆਇਆ ਤੇ ਮਿੱਟੀ ਦੀ ਢੇਰੀ ਹੋ ਗਿਆ। ਕਹਿੰਦੇ ਗੱਲ ਤੇ ਇੱਕ ਦਮ ਦੀ ਹੈ ਨਾ,
ਪਰ ਮੈਂ ਇੱਕਦਮ ਦੇ ਵਿਅਕਤੀ ਨੇ ਇਸ ਮੋਹਲਤ ਨੂੰ, ਇਸ ਸਮੇਂ ਨੂੰ ਜਾਣਿਆ ਹੀ ਨਹੀਂ, ਸਮਾਂ ਨਜ਼ਦੀਕ ਆ ਗਿਆ। ਕਹਿੰਦੇ ਤੂੰ ਸੰਭਲ ਘਰ-ਬਾਰ, ਤੂੰ ਆਪਣੇ ਘਰ-ਬਾਰ ਨੂੰ ਬੰਨ ਕੇ ਆਪਣੇ ਸਮਾਨ ਨੂੰ ਸਾਂਭ ਕੇ ਰੱਖ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਲੱਗੇ, ਜੈਸੇ ਰਹਿਣ ਪਰਾਹੁਣੇ ਉੱਠ ਚਲ ਸੈ ਪ੍ਰਭਾਤ। ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਘਰ ਦੇ ਵਿੱਚ ਰਿਸ਼ਤੇਦਾਰ ਆਏ, ਜੈਸੇ ਰਹਿਣ ਪਰਾਹੁਣੇ, ਗੁਰਬਾਣੀ ਦੀਆਂ ਪੰਕਤੀਆਂ ਨੇ। ਰਾਤ ਨੂੰ ਰਿਸ਼ਤੇਦਾਰ ਆਇਆ, ਉੱਠ ਚਲ ਸੈ ਪ੍ਰਭਾਤ, ਸਵੇਰੇ ਦਿਨ ਚੜਿਆ ਤੇ ਰਿਸ਼ਤੇਦਾਰ ਨੇ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਤੇ ਵਾਪਸ ਜਾਣਾ ਹੈ। ਕਹਿੰਦੇ ਕਿਉਂ? ਕਹਿੰਦਾ ਮੈਂ ਆਪਣੇ ਘਰ ਤੋਂ ਇੰਨਾ ਕੁ ਸਮਾਂ ਲੈ ਕੇ ਆਇਆ ਸੀ, ਜਾਂ ਤੇ ਮੈਂ ਇੱਕ ਰਾਤ ਰਹਿ ਸਕਦਾ ਜਾਂ ਮੈਂ 2 ਰਾਤਾਂ ਰਹਿ ਸਕਦਾ। ਮਿੱਥਿਆ ਹੋਇਆ ਸਮਾਂ, ਮੈਂ ਘਰੋਂ ਗੱਲ ਕਰਕੇ ਤੁਰਿਆ ਸੀ, ਮੈਂ ਇੰਨੇ ਕੁ ਦਿਨ ਲਾ ਕੇ ਤੇ ਵਾਪਸ ਆ ਜਾਣਾ ਹੈ। ਹੁਣ ਸਵੇਰੇ ਦਿਨ ਚੜਿਆ ਨਾ, ਉੱਠ ਚਲ ਸੈ ਪ੍ਰਭਾਤ, ਹੁਣ ਸਵੇਰੇ ਦਿਨ ਚੜਿਆ ਤੇ ਮੈਂ ਆਪਣੇ ਘਰ ਨੂੰ ਵਾਪਸ ਪਰਤਣਾ ਹੈ। ਹੁਣ ਦਿਨ ਚੜਿਆ ਤੇ ਮੈਂ ਆਪਣੇ ਟਿਕਾਣੇ ਤੇ ਪਹੁੰਚਣਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨਾ ਸਿਆਣਾ ਮਨੁੱਖ ਹੈ ਨਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ, ਕਿੰਨਾ ਸਿਆਣਾ ਹੈ ਨਾ, ਆਪਣੇ ਫਰਜ਼ ਨਿਭਾਉਂਦਾ ਹੈ। 2 ਰਾਤਾਂ ਆ ਕੇ ਜਾਂਦਾ ਤੇ ਆਪਣੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 2 ਹੀ ਲਾ ਕੇ ਵਾਪਸ ਮੁੜਦਾ ਹੈ। ਰਿਸ਼ਤੇਦਾਰ ਮਿੰਨਤਾਂ ਕਰਦੇ ਨੇ, ਤੂੰ ਕੁਝ ਸਮਾਂ ਠਹਿਰ ਜਾ। ਕਹਿਣ ਲੱਗਿਆ ਮੇਰੀ ਡਿਊਟੀ ਹੈ, ਮੇਰੇ ਕਾਰੋਬਾਰ ਇਸ ਤਰ੍ਹਾਂ ਦੇ ਨੇ, ਮੈਨੂੰ ਬਹੁਤਾ ਸਮਾਂ ਨਹੀਂ ਮਿਲਦਾ, ਮੈਂ ਹੁਣ ਰੁਕ ਨਹੀਂ ਸਕਦਾ, ਮੈਂ ਨਹੀਂ ਠਹਿਰ ਸਕਦਾ। ਕਹਿੰਦੇ ਸਵੇਰ ਆਈ ਤੇ ਉੱਠ ਚੱਲਿਆ। ਗੁਰੂ ਜੀ ਕਹਿੰਦੇ ਮਨੁੱਖਾ ਕਿਆ ਤੂੰ ਰੱਤਾ, ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਕਹਿੰਦੇ ਇਹ ਫੁੱਲਾਂ ਦੀ ਬਗੀਚੀ ਹੈ ਨਾ, ਤੂੰ ਇਸ ਫੁੱਲਾਂ ਦੀ ਬਗੀਚੀ ਵਿੱਚ, ਸੰਸਾਰ ਵਿੱਚ ਕਿੰਨਾ ਪਿਆਰ ਪਾ ਕੇ ਬਹਿ ਗਿਆ, ਤੈਨੂੰ ਤੇ ਕੁਝ ਪਤਾ ਹੀ ਨਹੀਂ ਦੁਨੀਆ ਤੋਂ ਜਾਣਾ। ਗੁਰੂ ਨੂੰ ਪੁੱਛ ਕੇ ਵੇਖੀਏ, ਉਹਨਾਂ ਨੇ ਨਾ ਸਾਡੀ ਜ਼ਿੰਦਗੀ ਦੀਆਂ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਇੱਕ ਦੁਨੀਆ ਦੇ ਵਿੱਚ ਅਸੀਂ ਕੋਈ ਸਮਾਂ ਮਿੱਥਿਆ ਹੋਵੇ, ਆਪਣੇ ਬੱਚੇ ਦੇ ਵਿਆਹ ਕਾਰਜਾਂ ਦਾ ਸਮਾਂ ਮਿੱਥਿਆ ਹੋਵੇ, ਤੇ ਗੁਰਬਾਣੀ ਉਹਦੇ ਪਰਥਾਏ ਵੀ ਆਖਦੀ ਹੈ। ਕਹਿੰਦੀ ਉਹ ਸਮਾਂ ਸਾਡਾ ਨੇੜੇ ਆ ਜਾਂਦਾ ਹੈ, ਅਸੀਂ ਤਿਆਰੀਆਂ ਕਰਨ ਲੱਗ ਜਾਂਦੇ ਆ। ਕਹਿੰਦੇ ਸੰਬਤ ਸਾਹਾ ਲਿਖਿਆ, ਲਿਖਿਆ ਹੋਇਆ ਸਾਹਾ ਜਿਹੜਾ ਉਹ ਨੇੜੇ ਆ ਗਿਆ। ਮਿਲ ਕਰ ਪਾਵੋ ਤੇਲ, ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਕਾਰਜਾਂ ਨੂੰ ਨਿਭਾਉਣੇ ਆ, ਉਹਨਾਂ ਫਰਜ਼ਾਂ ਨੂੰ ਨਿਭਾਉਣੇ ਆ। ਦੇਹੁ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਅਸੀਂ ਏਦਾਂ ਦੀ ਗੀਤ ਗਾਉਣੇ ਆ, ਏਦਾਂ ਦੀਆਂ ਪਿਆਰ ਦੀਆਂ ਗੱਲਾਂ ਕਰਦੇ ਆ, ਮੇਲ ਹੋ ਜਾਏ, ਉਤਫਾਕ ਬਣ ਜਾਏ, ਗੁਰੂ ਜੀ ਰਹਿਮਤ ਕਰਨ। ਪਰ ਦੂਸਰੇ ਪਾਸੇ ਗੁਰੂ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੀਆਂ ਉਦਾਹਰਨਾਂ ਦਿੰਦਿਆਂ ਹੋਇਆਂ ਰੱਬ ਦੇ ਮਿਲਾਪ ਦੀ ਗੱਲ ਕਰਦੇ ਨੇ। ਕਹਿੰਦੇ ਇੱਕ ਜੀਵ ਨੂੰ ਵੀ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਕਿ ਤੇਰਾ ਰੱਬ ਦੇ ਨਾਲ ਮੇਲ ਹੋ ਜਾਏ। ਤੂੰ ਦੁਨੀਆ ਵਿੱਚ ਬਹੁਤ ਸਮਾਂ ਵਿਚਰ ਕੇ ਵੇਖ ਲਿਆ, ਮਾਇਆ ਵਿੱਚ ਰਹਿੰਦੇ ਹੋਏ ਇਨਸਾਨ, ਤੇਰਾ ਰੱਬ ਦੇ ਨਾਲ ਮਿਲਾਪ ਹੋ ਜਾਏ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਭਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਅਵਨ। ਉਹ ਸੱਦਾ ਕਿਸੇ ਦੇ ਰੋਕਿਆ ਵੀ ਰੋਕਿਆ ਨਹੀਂ ਜਾ ਸਕਦਾ। ਕਹਿੰਦੇ ਉਹ ਵਕਤ ਬਹੁਤ ਨੇੜੇ ਹੈ। ਸਭ ਫੁੱਲਾਂ ਕੀ ਬਾਗਾਤ, ਫੁੱਲਾਂ ਦੀ ਬਗੀਚੀ ਵਿੱਚ ਲੱਗੇ ਹੋਏ ਇਨਸਾਨ, ਇਸ ਦੇ ਵਿੱਚ ਆਪਣੇ ਆਪ ਨੂੰ ਤੂੰ ਇੰਨਾ ਵਿਅਰਥ ਕਰ ਲਿਆ, ਤੈਨੂੰ ਦੁਨੀਆ ਦੇ ਵਿੱਚ ਯਾਦ ਹੀ ਨਹੀਂ ਰਿਹਾ ਕਿ ਮੈਂ ਕਿੰਨੇ ਕੁ ਸਮੇਂ ਵਾਸਤੇ ਆਇਆ ਹੈ। ਮਾਲਕ ਜੀ ਰਹਿਮਤ ਕਰਨ ਲੱਗੇ। ਕਹਿੰਦੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਕਿਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ, ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉ ਗਲ ਜਾਹੇਗਾ। ਕਿਤੇ ਸਾਨੂੰ ਇਹ ਸਮਝਾਇਆ, ਇਹ ਸਾਡਾ ਜੀਵਨ ਹੈ ਨਾ ਜਿਹੜਾ, ਇੱਕ ਐਸੇ ਕਾਗਜ਼ ਦੀ ਤਰ੍ਹਾਂ ਜਿਸ ਦੇ ਵਿੱਚ ਮਿੱਟੀ ਨੂੰ ਬੰਨ ਕੇ ਰੱਖਿਆ ਹੋਇਆ ਹੈ। ਇੱਕ ਮਿੱਟੀ ਦੀ ਪੁੜੀ ਬੰਨੀ, ਹੁਣ ਜੇ ਤੇ ਉਹ ਬੰਨ ਕੇ ਰੱਖੀ ਹੋਈ ਹੈ ਤੇ ਪਈ ਹੈ, ਜੇ ਉਹਦੇ ਉੱਤੇ ਪਾਣੀ ਡਿੱਗਣਾ ਸ਼ੁਰੂ ਹੋ ਗਿਆ ਤੇ ਉਹਨੇ ਕਾਗਜ਼ ਨੂੰ ਵੀ ਗਾਲ ਦੇਣਾ ਤੇ ਉਸਨੇ ਉਸ ਮਿੱਟੀ ਨੂੰ ਵੀ ਖੋਰ ਦੇਣਾ।
ਇਥੋਂ ਤੱਕ ਕਿਤੇ ਕੱਚੀ ਗਾਗਰ ਦੀ ਉਦਾਹਰਣ ਦਿੱਤੀ, ਕਿਤੇ ਇੱਕ ਨਦੀ ਦੇ ਕੰਢੇ ਤੇ ਖੜੇ ਹੋਏ ਰੁੱਖ ਦੀ ਉਦਾਹਰਣ ਦਿੱਤੀ। ਪਾਣੀ ਆਇਆ, ਉਹ ਰੁੱਖ ਦੇ ਮੁੱਢਾਂ ਨਾਲ ਲੱਗਦਾ ਤੇ ਜੜਾਂ ਨੂੰ ਕਮਜ਼ੋਰ ਕਰਕੇ ਡੇਗ ਦਿੰਦਾ ਹੈ। ਕਿਤੇ ਇਹ ਉਦਾਹਰਣ ਦਿੱਤੀ, ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇਂਦੇ ਹੰਝਨੋਂ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਤੇ ਸਾਨੂੰ ਸਾਡੇ ਜੀਵਨ ਦੀ ਮਿਆਦ ਸਮਝਾਈ ਹੈ ਮਾਲਕ ਨੇ। ਕਹਿੰਦੇ ਯਾਦ ਰੱਖੀ, ਜੀਵਨ ਕਾਗਜ਼ ਦੀ ਨਿਆਈ ਹੈ। ਇੱਕ ਬੱਚਾ ਕਾਪੀ ਨੂੰ ਖਰੀਦ ਕੇ ਲਿਆਇਆ ਤੇ ਕਾਗਜ਼ ਬੜੇ ਨਵੇਂ ਨੇ, ਕਾਪੀ ਬੜੀ ਨਵੀਂ ਹੈ, ਉਹਦੇ ਤੇ ਬੜਾ ਕੁਝ ਲਿਖਦਾ ਤੇ ਉਸ ਕਾਪੀ ਦੀ ਕਦਰ ਪੈ ਜਾਂਦੀ ਹੈ। ਉਹ ਨਵੇਂ ਕਾਗਜ਼ ਦੀ ਕਦਰ ਹੈ, ਕੋੜਾ ਹੈ ਨਾ, ਉਹਦੇ ਤੇ ਜੋ ਲਿਖਾਂਗੇ ਕਦਰ ਪਏਗੀ। ਜਿਸ ਦਿਨ ਉਹ ਕਾਗਜ਼ ਗਲ ਗਿਆ, ਜਿਸ ਦਿਨ ਉਹ ਕਾਗਜ਼ ਸੜ ਗਿਆ, ਕਹਿੰਦੇ ਉਹ ਕਾਪੀ ਰੱਦੀ ਦੇ ਭਾਅ ਤੁਲ ਜਾਣੀ ਹੈ, ਉਹਦੀ ਕਿਸੇ ਨੇ ਵੀ ਕਦਰ ਨਹੀਂ ਕਰਨੀ। ਬੰਦਿਆ ਯਾਦ ਰੱਖੀ, ਧਨ ਜੋ ਬਨ ਕਾ ਗਰਬ ਨਾ ਕੀਜੈ, ਝੂਠੇ ਮਾਨ ਕਹਾਂ ਕਰੇ। ਤੂੰ ਆਪਣੇ ਧਨ ਦਾ ਤੇ ਆਪਣੀ ਜਵਾਨੀ ਦਾ ਜੇ ਮਾਨ ਕਰੇ, ਇਹ ਮਾਨ ਝੂਠਾ ਹੈ, ਇਹ ਵੀ ਇੱਕ ਕਾਗਜ਼ ਦੀ ਨਿਆਈ ਹੈ। ਬੋਲੋ ਜੀ ਸਤਨਾਮ। ਕਹਿੰਦੇ ਮੇਰੀ ਮੇਰੀ ਕਿਆ ਕਰੇ, ਜਿਨ ਦਿਆ ਸੋ ਪ੍ਰਭ ਲੋੜ। ਮੇਰੀ ਮੇਰੀ ਕਰਨ ਵਾਲੇ ਮਨੁੱਖਾ, ਤੂੰ ਸਦਾ ਮੇਰੀ ਮੇਰੀ ਕਰਦੇ ਨੇ ਵਕਤ ਗੁਜ਼ਾਰ ਦਿੱਤਾ। ਪਰ ਯਾਦ ਰੱਖੀ, ਜਿਨ ਦਿਆ, ਜਿਸ ਨੇ ਦਿੱਤਾ ਹੈ, ਉਸ ਪ੍ਰਭੂ ਨੂੰ ਚੇਤੇ ਕਰ, ਉਸ ਪ੍ਰਭੂ ਨੂੰ ਯਾਦ ਕਰ। ਬਚਨ ਪੜ੍ਹਦੇ ਆ, ਪ੍ਰਾਨੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਿਸੇਰਾ। ਜਦੋਂ ਅਸੀਂ ਇਹਨਾਂ ਬਚਨਾਂ ਨੂੰ ਪੜਿਆ, ਰਾਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਵਾ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਕਹਿੰਦੇ ਇੱਕ ਦਰਖਤ ਦੇ ਉੱਤੇ ਪੰਛੀ ਆ ਕੇ ਬੈਠ ਗਏ, ਸਭਨਾਂ ਨੇ ਆਲਣੇ ਬਣਾ ਲਏ ਨੇ, ਦਰਖਤ ਬੜਾ ਵੱਡਾ ਹੈ, ਪਰ ਕਹਿੰਦੇ ਉਹ ਪੰਛੀ ਇੱਕ ਆਪਣੇ ਆਲਣਿਆਂ ਨੂੰ ਲੈ ਕੇ ਇਸ ਤਰ੍ਹਾਂ ਕਦੇ ਲੜਾਈ ਨਹੀਂ ਕੀਤੀ ਵੀ ਇਹ ਤੇ ਜਿਹੜੀ ਟਾਹਣੀ ਹੈ, ਰੁੱਖ ਹੈ ਨਾ, ਇਹ ਤੇ ਮੇਰਾ ਹੈ, ਇਸ ਤੇ ਮੈਂ ਤੈਨੂੰ ਨਹੀਂ ਬੈਠਣ ਦਿਆਂਗਾ, ਇਹਦੇ ਤੇ ਮੇਰਾ ਆਲਣਾ ਬਣਿਆ ਹੋਇਆ ਹੈ, ਮੇਰੇ ਫਰਜ਼ ਨੇ, ਮੈਂ ਤੈਨੂੰ ਨਹੀਂ ਬੈਠਣ ਦੇਣਾ। ਤੇ ਗੁਰੂ ਜੀ ਰਹਿਮਤ ਕਰਨ ਲੱਗੇ, ਕਹਿੰਦੇ ਇੱਕ ਪੰਛੀ ਦੇ ਤਰ੍ਹਾਂ ਬੰਦਿਆ ਤੇਰਾ ਜੀਵਨ ਹੈ, ਪਰ ਯਾਦ ਰੱਖੀ ਤੂੰ ਤੇ ਬੜੀਆਂ ਵਿਚਾਰਾਂ ਦੇ ਵਿੱਚ ਪੈ ਗਿਆ, ਤੂੰ ਤੇ ਬੜਾ ਹੰਕਾਰੀ ਜੀਵਨ ਬਣਾ ਲਿਆ। ਯਾਦ ਰੱਖੀ ਇਹਦੇ ਵਿੱਚ ਤੇਰਾ ਤੇ ਮੇਰਾ ਕੀ ਹੈ, ਇੱਕ ਤੇਰਾ ਜੀਵਨ ਪੰਛੀ ਦੀ ਨਿਆਈ ਹੈ, ਸਭ ਕੁਝ ਉਸ ਮਾਲਕ ਦਾ ਦਿੱਤਾ ਹੋਇਆ ਹੈ। ਜਨਮ ਕਿਸੇ ਨੇ ਦਿੱਤਾ, ਪ੍ਰਤਪਾਲਨਾ ਕਿਸੇ ਨੇ ਦਿੱਤੀ, ਫਰਜ਼ ਕਿਸੇ ਨੇ ਨਿਭਾਏ, ਤੈਨੂੰ ਜਵਾਨ ਕੀਤਾ। ਜੀਵਨ ਵਿੱਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੂੰ ਕਿਸੇ ਤੇ ਨਿਰਭਰ ਹੋ ਕੇ ਆਪਣਾ ਜੀਵਨ ਬਤੀਤ ਕੀਤਾ। ਜਿਨ੍ਹਾਂ ਦਾਤਾਂ ਨੇ ਤੇਰੇ ਜੀਵਨ ਨੂੰ ਚਲਾਇਆ, ਹਵਾ ਤੇ ਪਾਣੀ, ਉਹ ਵੀ ਤੇਰਾ ਆਪਣਾ ਨਹੀਂ। ਤੇ ਕਹਿੰਦੇ ਤੂੰ ਦੁਨੀਆ ਦੇ ਵਿੱਚ ਕਾਹਦਾ ਹੰਕਾਰ ਕਰਦਾ, ਸਾਰਾ ਕੁਝ ਤੇ ਦਿੱਤਾ ਹੋਇਆ ਉਸ ਮਾਲਕ ਦਾ ਹੈ ਨਾ। ਬੋਲੋ ਜੀ ਸਤਨਾਮ। ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਕਹਿੰਦੇ ਵਕਤ ਆਉਣਾ, ਲੱਖ ਕਰੋੜ ਸਭ ਕੁਝ ਛੱਡ ਕੇ ਇੱਥੋਂ ਤੁਰ ਜਾਣਾ, ਇੱਥੋਂ ਨਾਲ ਸੰਸਾਰ ਵਿੱਚੋਂ ਕੁਝ ਵੀ ਨਹੀਂ ਜਾਣਾ। ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ ਹਰ ਵਕਤ ਉਸ ਮਾਲਕ ਨੂੰ ਯਾਦ ਰੱਖ, ਉਹਦੇ ਭਾਣੇ ਦੇ ਵਿੱਚ ਚੱਲ। ਮਾਲਕਾ ਜੇ ਮੇਰੇ ਤੇ ਸੁੱਖ ਆਇਆ ਤੇ ਤੇਰੀ ਰਹਿਮਤ ਸਦਕਾ ਹੈ, ਜੇ ਤੂੰ ਕਿਰਪਾ ਕੀਤੀ ਤੇ ਮੈਂ ਸੁੱਖ ਦਾ ਪਾਤਰ ਬਣਿਆ। ਜਿਹੜਾ ਵੀ ਸਮਾਂ ਲੰਘ ਰਿਹਾ ਤੇਰੇ ਭਾਣੇ ਦੇ ਵਿੱਚ ਹੈ, ਮੇਰਾ ਆਪਣਾ ਇਹਦੇ ਵਿੱਚ ਕੁਛ ਨਹੀਂ ਹੈ। ਕਹਿੰਦੇ ਹੰਕਾਰ ਨੂੰ ਤੇ ਮਾਨ ਨੂੰ ਛੱਡ ਦੇ। ਅੰਤ ਨੂੰ ਰਹਿਮਤ ਕਰਨ ਲੱਗੇ, ਲੱਖ 84 ਭ੍ਰਮਤਿਆਂ ਦੁਰਲਭ ਜਨਮ ਪਾਇਓ ਏ। ਕਹਿੰਦੇ ਇਹ ਲੱਖ 84 ਜੂਨਾਂ ਦੇ ਵਿੱਚੋਂ ਤੈਨੂੰ ਐਸਾ ਕੀਮਤੀ ਮਨੁੱਖਾ ਜਨਮ ਮਿਲਿਆ ਨਾ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਕਬੀਰ ਮਾਨਸ ਜਨਮ ਦੁਲੰਭ ਹੈ। ਕਹਿੰਦੇ ਐਸਾ ਜਨਮ ਹੈ, ਹੋਏ ਨਾ ਬਾਰੇ ਬਾਰ, ਇਹ ਵਾਰ-ਵਾਰ ਮਿਲਣਾ ਹੀ ਕੋਈ ਨਹੀਂ। ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਇੱਕ ਜਿਹੜਾ ਫਲ ਹੈ ਨਾ ਦਰਖਤ ਦੇ ਨਾਲ ਲੱਗਿਆ ਹੋਇਆ ਹੈ,
ਬੜਾ ਸੋਹਣਾ ਲੱਗਦਾ ਹੈ, ਉਹਦੀ ਕੀਮਤ ਵੀ ਦਿਸ ਰਹੀ ਹੈ। ਜਦੋਂ ਉੱਤੋਂ ਥੱਲੇ ਡਿੱਗ ਜਾਂਦਾ ਹੈ ਨਾ, ਕਈ ਵਾਰ ਸਮਾਂ ਪੈ ਕੇ ਪੈਰਾਂ ਦੇ ਵਿੱਚ ਰੁਲ ਜਾਂਦਾ ਹੈ, ਉਹਦੀ ਕੋਈ ਕਦਰ ਨਹੀਂ ਕਰਦਾ। ਟਾਹਣੀ ਦੇ ਨਾਲ ਜੁੜੇ ਹੋਏ ਦੀ ਕਦਰ ਹੈ, ਪੈਰਾਂ ਦੇ ਵਿੱਚ ਡਿੱਗੇ ਹੋਏ ਨੂੰ ਦੁਨੀਆ ਰੋਲ ਕੇ ਤੁਰ ਜਾਇਆ ਕਰਦੀ ਹੈ। ਗੁਰੂ ਜੀ ਕਹਿੰਦੇ ਤੇਰਾ ਜੀਵਨ ਵੀ ਇਸੇ ਤਰ੍ਹਾਂ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਰੱਬ ਦੇ ਨਾਮ ਨਾਲ ਜੁੜ ਕੇ ਆਪਣਾ ਸਮਾਂ ਬਤੀਤ ਕਰ, ਕਿਤੇ ਦੁਨੀਆ ਦੇ ਕਰਮ ਇਹ ਵਿਕਾਰ ਤੇਰੇ ਵੀ ਜੀਵਨ ਨੂੰ ਰੋਲ ਕੇ ਨਾ ਰੱਖ ਦੇਣ। ਗੁਰੂ ਜੀ ਰਹਿਮਤ ਕਰਨ ਲੱਗੇ, ਨਾਨਕ ਨਾਮ ਸੰਭਾਲ ਤੂੰ, 100 ਦਿਨ ਨੇੜਾ ਆਏ ਹੋਏ। ਹੇ ਨਾਨਕ, ਰੱਬ ਦੇ ਨਾਮ ਨੂੰ ਜਪ, ਉਹ ਦਿਨ ਨੇੜੇ ਆ ਗਿਆ। 100 ਦਿਨ ਆਵਣ ਲੱਗਾ। ਮਿਥਿਆ ਹੋਇਆ ਦਿਨ ਤੇ ਨੇੜੇ ਆ ਜਾਇਆ ਕਰਦਾ। ਜਿਹੜਾ ਤੂੰ ਨਹੀਂ ਵੀ ਮਿਥਿਆ ਹੋਇਆ ਨਾ, ਉਸ ਮਾਲਕ ਵੱਲੋਂ ਮਿਥਿਆ ਹੈ ਤੇ ਉਹ ਵੀ ਬਹੁਤ ਨੇੜੇ ਆ ਰਿਹਾ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਜੀਵਨ ਵਿੱਚ ਸਿੱਖਿਆ ਦਿੱਤੀ, ਭਲੇ ਮਨੁੱਖਾ, ਤੂੰ ਆਪਣੇ ਜੀਵਨ ਦੇ ਵਿੱਚ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ? ਹੰਕਾਰ ਨੂੰ ਛੱਡ ਕੇ ਹਰ ਗੁਣ ਗਾਓ ਮਨਾ, ਉਸ ਮਾਲਕ ਦੀ ਭਗਤੀ ਕਰ, ਸਤਿਗੁਰ ਸੇਵ ਪਿਆਰ। ਪਿਆਰ ਦੇ ਨਾਲ ਰੱਬ ਦੇ ਚਰਨਾਂ ਦੇ ਵਿੱਚ, ਮਾਲਕ ਦੇ ਚਰਨਾਂ ਦੇ ਵਿੱਚ ਜੁੜਨਾ ਕਰ। ਆਪਣੀ ਕਿਰਤ ਨੂੰ, ਆਪਣੇ ਧੰਦਿਆਂ ਨੂੰ, ਆਪਣੇ ਫਰਜ਼ਾਂ ਨੂੰ ਗੁਰੂ ਅਨੁਸਾਰੀ ਹੋ ਕੇ ਜਿਉਣਾ ਸ਼ੁਰੂ ਕਰ, ਫਿਰ ਗੁਰੂ ਰਹਿਮਤ ਕਰੇਗਾ। ਯਾਦ ਰੱਖੀ, ਗੁਰੂ ਦੇ ਨਾਲ ਜੁੜ ਕੇ ਵਕਤ ਬਤੀਤ ਕੀਤਾ ਤੇ ਐਸੀਆਂ ਬਖਸ਼ਿਸ਼ਾਂ ਕਰਦਾ, ਫਿਰ ਸੁੱਖ ਦੇ ਵਿੱਚ ਵੀ ਉਸ ਮਾਲਕ ਨੂੰ ਯਾਦ ਕਰਕੇ ਸ਼ੁਕਰਾਨਾ ਕਰਨ ਨੂੰ ਮਨ ਕਰਦਾ ਹੈ। ਮਾਲਕਾ, ਜੇ ਸੁੱਖ ਦਾ ਸਮਾਂ ਹੈ ਨਾ, ਇਹ ਵੀ ਤੇਰਾ ਦਿੱਤਾ ਹੋਇਆ, ਇਹਦੇ ਵਿੱਚ ਵੀ ਮੇਰਾ ਕੁਛ ਨਹੀਂ ਹੈ। ਜੇ ਸਵਾਸ ਤੂੰ ਦਿੱਤੇ ਨੇ, ਦੁਨੀਆ ਦੇ ਵਿੱਚ ਭੇਜਿਆ ਤੂੰ ਹੈ, ਫਿਰ ਜਿਹੜਾ ਵੀ ਸਮਾਂ ਮੇਰੇ ਤੇ ਆਇਆ ਨਾ, ਉਹ ਤੇਰੀ ਰਹਿਮਤ ਸਦਕਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ, ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਸਤਿਗੁਰੂ ਜੀ ਰਹਿਮਤ ਕਰਨ। ਅਰਦਾਸ ਕਰੀਏ, ਗੁਰੂ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਚਰਨਾਂ ਦੇ ਨਾਲ ਸਮੂਹ ਸੰਗਤਾਂ ਨੂੰ ਜੋੜ ਕੇ ਰੱਖਣ। ਜੋ ਅਰਦਾਸਾਂ ਭਾਵਨਾਵਾਂ ਮਨ ਵਿੱਚ ਲੈ ਕਰਕੇ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਾਂ, ਗੁਰੂ ਪਾਤਸ਼ਾਹ ਜੀ ਸਾਡੀਆਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਗੁਰਮਤਿ ਅਨੁਸਾਰ ਸੰਪੂਰਨ ਕਰਕੇ ਸਾਡੇ ਸਾਰੇ ਰਹਿੰਦੇ ਹੋਏ ਕਾਰਜ ਆਪਣੀ ਕਿਰਪਾ ਮਿਹਰ ਸਦਕਾ ਆਪ ਸੰਪੂਰਨ ਕਰਵਾ ਲੈਣ ਜੀ। ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਪਰਵਾਰ ਕਈਆਂ ਸਤਿ ਗਾਵਣੀਆਂ ਸਤਿ ਸੰਗਤ ਦੇ ਕੀਰਾ ਮਾਮੂ ਸਾਇਆ ਕਹਿ ਨਾਮ ਗੁਰੂ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੂ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ 부ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ
ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੁਆ, ਇਤ ਕਰ ਅਨਹਦ ਵਾਜੇ। ਅਨੰਦ ਸੁਨੋ ਅਡ ਭਾਗੀਓ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ, ਉਤਰੇ ਸੁਣੀ ਸਚੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਮਿਨਵੰਤ, ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮਹ ਹੋਏ ਨਾ ਜਾਣੈ। ਊਚੇ ਤੇ ਊਚਾ ਪਗ, ਸਗਲ ਸਮਗਰੀ ਤੁਮਰਾ। ਤੂੰ ਤੇ ਹੋਏ ਸੋ, ਤੁਮਰੀ ਗਤ ਨਿਤ ਤੁਮਹੀ। ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਅਰਦਾਸ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੀ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਂਦਾ ਧਾਏ। ਸਭ ਥਈ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਈ ਹੋਈ ਸਹਾਇ ਸਭ ਥਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਹਰਸ਼ਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪੱਤ ਕੇ ਰਾਖੇ ਆਪ। ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਆਦ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ
ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਉਟਿਓਂ ਕੀ ਓਟ, ਨਿਆਸਰਿਓਂ ਕੀ ਆਸਰੀ, ਬਾਣੀ ਕੇ ਚਾਵਰ ਛਤਰ ਤਖਤ ਦੇ ਮਾਲਕ ਗਦੀ ਤੇ ਬਿਰਾਜਮਾਨ। ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਦਾਤਾਰ ਪਿਤਾ ਜੀ, ਐਸ ਵਕਤ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਚਰਨਾਂ ਕਮਲਾਂ ਚੋਂ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ। ਪ੍ਰਵਾਨ ਕਰਿਓ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ 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 ਕੀਤਾ ਜੀ। ਪਾਤਸ਼ਾਹ ਸਾਹਿਬ ਜੀਆਂ ਦਾ ਫਰਮਾਨ ਹੈ ਜੀ, ਕੀਤਾ ਲੋੜੀਏ ਕੰਮ ਸਵਾਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਖੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਸੇਵਕ ਪਰਿਵਾਰ ਨੂੰ ਆਪ ਜੀਆਂ ਨੇ ਸੁਭਾਗਾਂ ਭਰਿਆ ਸਮਾਂ, ਖੁਸ਼ੀਆਂ ਭਰਿਆ ਸਮਾਂ ਬਖਸ਼ਿਸ਼ ਕੀਤਾ। ਮਹਾਰਾਜ ਆਪ ਜੀਆਂ ਦਰ ਕਰਦੇ ਪ੍ਰੀਤਵਾਨ ਸਰਦਾਰ ਗੁਰਦਿਆਲ ਸਿੰਘ ਜੀ, ਬੀਬੀ ਅਨੀਤਾ ਜੀ, ਸੇਵਕ ਪਰਿਵਾਰ ਰਲ ਕਰਕੇ ਆਪਣੇ ਪਿਆਰੇ ਬੱਚੇ ਕਾਕਾ ਪਲਵਿੰਦਰ ਸਿੰਘ ਦੇ ਸ਼ੁਭ ਵਾਹ ਕਾਰਜਾਂ ਦੀਆਂ ਖੁਸ਼ੀਆਂ ਅੰਦਰ ਕਾਰਜ ਪ੍ਰਾਰੰਭ ਕਰਦੇ ਹੋਏ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਖਮਨੀ ਸਾਹਿਬ ਦੇ ਜਾਪ ਪ੍ਰਾਰੰਭ ਕਰਵਾਏ ਸਨ। ਉਪਰੰਤ ਤਾਰ ਪਿਤਾ ਜੀ ਆਪ ਜੀਆਂ ਦੀ ਪਾਵਨ ਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਹੋਈ। 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਹਨ। ਸਤਿਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੇਵਕ ਪਰਿਵਾਰ ਸਰਬੱਤ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਮਹਾਰਾਜ ਕਿਰਪਾ ਕਰਨੀ। ਸੇਵਕ ਪਰਿਵਾਰ ਦੇ ਆਰੰਭੇ ਕਾਰਜ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਕਰਾਉਣੇ। ਬੱਚਿਆਂ ਨੂੰ ਚੜ੍ਹਦੀਆਂ ਕਲਾ ਵਾਲਾ ਜੀਵਨ ਪ੍ਰਦਾਨ ਕਰਨਾ। ਲੰਬੀਆਂ ਆਰਜਾ ਦੇ ਰੂਤਰੀ ਦਾਤਾਂ ਪ੍ਰਦਾਨ ਕਰਨੀਆਂ। ਦਰੋਂ ਕਰੋ ਨਾਮਦਾਨ ਦੀਆਂ ਸੀਸਾਂ ਨਾਲ ਨਿਵਾਜਣਾ। ਦੇਸ਼ਾਂ ਵਿਦੇਸ਼ਾਂ ਵਿਖੇ ਮੇਰਾ ਪ੍ਰਿਅਤ ਰੱਖਣ। ਤਾਰ ਪਿਤਾ ਜੀ ਆਉਣ ਵਾਲਾ ਸਮਾਂ ਸੁਹਾਵਣਾ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਇਸ ਵਕਤ ਆਪ ਜੀਆਂ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਆਪ ਜੀ ਅੰਗੀਕਾਰ ਕਰਨਾ। ਸੇਵਕਾਂ ਦੇ ਲੋਕ ਪਰਲੋਕ ਪੜਦੇ ਢਕਣੇ। ਲਾਜਪਤ ਦੀ ਰਾਖੀ ਕਰਨੀ ਜੀ। ਸੇਵਕ ਪਰਿਵਾਰ ਵੱਲੋਂ ਬੇਅੰਤ ਮਾਇਆ ਪਾਠ ਦੀ ਭੇਟਾ ਹਾਜ਼ਰ ਕਰਦੇ ਹਨ। ਗੁਰੂ ਘਰ ਵਾਸਤੇ 11 ਸਦਮੜੀ ਦੀ ਸੇਵਾ ਕਰਦੇ ਹਨ। ਮਹਾਰਾਜ ਕਿਰਪਾ ਕਰਨੀ। ਸੇਵਕ ਪਰਿਵਾਰ ਦੀ ਸੇਵਾ ਥਾਂ ਪਾਵਨੀ। ਬੱਚਿਆਂ ਦੀਆਂ ਕਮਾਈਆਂ ਸਫਲੀਆਂ ਕਰਨੀਆਂ। ਕਿਰਤ ਕਮਾਈ 'ਚ ਵਾਧਾ ਪਾਉਣਾ। ਲੋ ਲੰਗਰ ਤਪਦੇ ਰੱਖਣੇ। ਆਉਣ ਵਾਲਾ ਸਮਾਂ ਸੁਹਾਵਣਾ ਬਖਸ਼ਿਸ਼ ਕਰਨਾ ਜੀ। ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਕਦਮ ਕਦਮ ਪੁੱਟੇ ਲੇਖੇ ਵਿੱਚ ਲਾਉਣੇ। ਨਗਰ ਖੇੜੇ ਸੁਖ ਰਤਾਵਣੀ। ਦੇਸ਼ਾਂ ਵਿਦੇਸ਼ਾਂ ਵਿਖੇ ਮੇਰਾ ਪ੍ਰਿਅਤ ਰੱਖਣਾ। ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਮਹਾਰਾਜ ਸੇਵਕ ਪਰਿਵਾਰ ਵੱਲੋਂ ਇਸ ਵਕਤ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਚੋਂ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਚਾਹ ਮਿਸ਼ਟਾਨ ਦੇ ਲੰਗਰ ਸਜਾ ਕੇ ਹਾਜ਼ਰ ਹਨ। ਦਰ ਪ੍ਰਵਾਨ ਹੋਣ ਪ੍ਰਵਾਨਿਆ ਲੰਗਰ ਪ੍ਰਸਾਦ ਸਾਧ ਸੰਗਤ ਦੀ ਰਸਨੀ ਲਾਇਕ ਕੋਈ ਦੀਵਾਨ ਦੀ ਸੰਪੂਰਨ ਸਮਾਪਤੀ ਦੀ ਅਰਦਾਸ ਬੇਨਤੀ ਜੀ ਕਰੋ। ਕਿਰਪਾ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੁਖ ਹੋਵੇ ਨਾਮ ਚਿਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲੁਤ ਹੈ ਗੁਰ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਕੀ ਰਹਿ ਨਾ। ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
जैसा सतगुर सुनीदा तैसो ही मैं डीठ। विछड़िया मिलै प्रभु हर दरगाह का बसीठ। हर नामो मंत्र दृढ़ाएंदा कटै होम रोग। नानक सतगुर तिना मिलाया जिन्ना तुरे पिया संजोग। सुख टल गुर सेविया अहनस सहज सुभाए। दर्शन परस गुरु कै जन्म मरण दुख जाए। हुआ सिफत खसंबंधी नूर अरसों कुरसों चकिया। तुद डिठे सच्चे पातशाह मालो जन्म जन्म दे कटिया। सतनाम श्री वाहिगुरु साहिब जी। सोरठ महला पंजवा। गोरपुरे कृपा तारी प्रभ पूरी लोच हमारी। गोरपुरे कृपा तारी प्रभ पूरी लोच हमारी। कर इशनान ग्रह आए आनंद मंगल सुख पाए। संतो राम नाम निस्तरिया। उठत बैठत हर हर ध्याइयै। अन दिन सुकृत करियै रहाउ। संत का मार्ग धर्म की पौड़ी। को वड भागी पाए। कोट जन्म के किल बिख नासे। हर चरनी चित लाए। उस्तत करो सदा प्रभु अपने। दिन पूरी कल राखी। जी जंत सब भय पवित्रा। सतगुर की सच साखी विघ्न विनाशन। सब दुख नासन सतगुर नाम दृढ़ाया। हुए पाप भय सब पावन। जन नानक सुख कर आया। विघ्न विनाशन सब दुख नासन। सतगुर नाम दृढ़ाया। हुए पाप भय सब पावन। जन नानक सुख कर आया। वाहिगुरु जी का खालसा वाहिगुरु जी की फतेह। सोरठ